ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ। ਆਪਾਂ ਬਾਬਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜੀਵਨ ਦੀ ਗੱਲਬਾਤ ਕਰ ਰਹੇ ਹਾਂ। ਸੰਤ ਮਹਾਰਾਜ ਜੀ ਦੀ ਮਾਤਾ ਦਾ ਡੇਰਾ ਖਾਲਸਾ ਆਉਣਾ, ਹਰਿਦੁਆਰ ਅਰਧ ਕੁੰਭੀ 'ਤੇ ਜਾਣਾ, ਅਨੰਦਪੁਰ ਸਾਹਿਬ ਦੇ ਦਰਸ਼ਨ, ਕਰਤਾਰਪੁਰ, ਅੰਮ੍ਰਿਤਸਰ ਤੋਂ ਫਿਰ ਡੇਰਾ ਖਾਲਸਾ ਆਉਣਾ, ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ, ਭਾਈ ਕੇ ਚੱਕ ਚੀਮੇ ਹੁੰਦੇ ਹੋਏ ਘੋਟੇ ਆਉਣਾ, ਬਲੀਆ ਦੇ ਰਸਤੇ ਕਾਂਝਲੇ ਪੁੱਜਣਾ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ, ਨਾਨਕ ਕੁਲ ਉਧਾਇਆ ਆਪਣਾ ਦਰਗਾਹ ਪਵੈ ਮਾਨ। ਡੇਰਾ ਖਾਲਸਾ 7 ਦਿਨ ਸੰਤ ਸ਼੍ਰੀ ਗੁਰਵਾਰਾ ਸਿੰਘ ਤੇ ਮਾਈ ਭਾਗਵੰਤੀ ਦੇ ਪ੍ਰੇਮ ਕਰਕੇ ਇਹਨਾਂ ਦੇ ਘਰ ਹੀ ਰਹੇ। ਅਖੰਡ ਪਾਠ ਦੇ ਭੋਗ ਪਾਏ। 16 ਸਰੀਰ ਤਾਂ ਕੁਹਾੜ ਤੋਂ ਹੀ ਨਾਲ ਆਏ ਸਨ, ਪਰ ਖਬਰ ਹੁੰਦਿਆਂ ਹੀ ਦੂਰੋਂ ਨੇੜੋਂ ਬਹੁਤ ਪ੍ਰੇਮੀ ਇਕੱਠੇ ਹੋ ਗਏ। ਆਪਨੇ ਡੇਰਾ ਗੁਫਾਵਾਂ ਵਿੱਚ ਕਰ ਲਿਆ। ਭਾਈ ਸੁੰਦਰ ਸਿੰਘ ਜੀ ਗਿਆਨੀ ਵੀ ਆ ਗਏ। 50 ਸੇਵਕ ਸਾਥੀ ਇਕੱਠੇ ਹੋ ਗਏ। ਦੋਵੇਂ ਵਕਤ ਦੀਵਾਨ ਸਜਦਾ। ਪੋਠੋਹਾਰ ਵਿੱਚ ਸ਼ਾਮ ਦੇ ਦੀਵਾਨ ਵਿੱਚ ਗੁਰੂ ਗ੍ਰੰਥ ਦਾ ਪ੍ਰਕਾਸ਼ ਨਹੀਂ ਸੀ ਹੁੰਦਾ, ਕਿਉਂਕਿ ਕਈ ਵਾਰ ਲੈਕਚਰ ਕਵਿਤਾ ਹੁੰਦੀ ਰਹਿੰਦੀ। ਦੀਵਾਨ ਸਜਿਆ ਹੋਇਆ ਸੀ ਕਿ ਸੰਤ ਜੀ ਦੀ ਮਾਤਾ ਭੋਲੀ ਜੀ ਆ ਗਏ। ਇਹਨਾਂ ਦੀ ਚਿੱਠੀ ਆਈ ਸੀ ਕਿ ਮੈਨੂੰ ਛੋਟਾ ਪੁੱਤਰ ਜੈ ਸਿੰਘ ਤੰਗ ਕਰਦਾ ਹੈ ਕਿ ਜਿਸ ਪੁੱਤਰ ਨੂੰ ਮੱਖਣ ਘਿਓ ਬਾਹਲਾ ਖਵਾਉਂਦੀ ਸੈਂ ਉਸ ਪਾਸ ਜਾ ਤੇ ਕਦੀ ਕਦੀ ਮਾਰਦਾ ਵੀ ਹੈ। ਸੋ ਸੰਤ ਜੀ ਨੇ ਇੱਕ ਸੇਵਕ ਭੇਜ ਕੇ ਬੁਲਵਾ ਲਿਆ ਸੀ। ਮਾਤਾ ਜੀ ਦੇ ਮਾਲਵੇ ਦੇ ਬਸਤਰ ਬਹੁਤ ਸਧਾਰਨ ਸਨ। ਹਲਵਾਨ ਦੀ ਘੱਗਰੀ, ਛੋਟੀ ਕੁਰਤੀ ਅਤੇ ਸਿਰ ਤੇ ਖੱਦਰ ਦੀ ਚਾਦਰ। ਸੰਗਤ ਵਿੱਚ ਦੂਰੋਂ ਆਉਂਦਿਆਂ ਕਿਸੇ ਨੇ ਨਹੀਂ ਪਹਿਚਾਣਿਆ। ਸੰਤ ਜੀ ਵੇਖਦੇ ਸਾਰ ਖੜੇ ਹੋ ਗਏ ਤੇ ਨੇੜੇ ਆਉਣ ਪਰ ਚਰਨਾਂ ਤੇ ਮੱਥਾ ਟੇਕਿਆ। ਮਾਤਾ ਜੀ ਨੇ ਗਲਵੱਕੜੀ ਵਿੱਚ ਲੈ ਕੇ ਸਿਰ ਮੱਥਾ ਚੁੰਮਿਆ। ਸਾਰੀ ਸੰਗਤ ਦੇ ਸਿਰ ਨੀਵੇਂ ਹੋ ਗਏ ਤੇ ਮੁੱਖੋਂ ਸ਼ੇਖ ਫਰੀਦ ਜੀ ਦਾ ਫੁਰਮਾਨ ਨਿਕਲਿਆ, ਤਿੰਨ ਧਨ ਜਨੇਂਦੀ ਮਾਊ ਆਏ ਸਫਲ ਸੇ ਨਿਕਲਿਆ। ਸੰਤ ਜੀ ਨੇ ਹੱਸ ਕੇ ਕਿਹਾ, ਮਾਤਾ ਜੀ ਅਸੀਂ ਕੋਈ ਮਾੜੇ ਕੰਮ ਤਾਂ ਨਹੀਂ ਲੱਗੇ। ਮਾਤਾ ਜੀ ਨੇ ਭੋਲੇ ਭਾਵ ਨਾਲ ਉੱਤਰ ਦਿੱਤਾ, ਨਹੀਂ ਪੁੱਤਰ। ਸੰਤ ਜੀ ਦੀ ਇਹ ਗਰੀਬੀ ਤੇ ਮਾਤਾ ਜੀ ਦੀ ਲਈ ਸਤਿਕਾਰ ਭਰਿਆ ਪ੍ਰੇਮ ਵੇਖ ਕੇ ਸਭ ਦੇ ਹਿਰਦੇ ਦਰਬ ਗਏ ਅਤੇ ਕਈਆਂ ਦੇ ਨੇਤਰਾਂ ਵਿੱਚੋਂ ਜਲ ਵਗ ਤੁਰਿਆ। ਭੋਗ ਮਗਰੋਂ ਛਲ ਤੇ ਕੇਲੇ ਦੀਆਂ ਫਲੀਆਂ ਦਾ ਪ੍ਰਸ਼ਾਦ ਵਰਤਿਆ। ਮਾਤਾ ਜੀ ਨੇ ਵੀ ਛੱਲੀ ਫੜ ਲਈ, ਪਰ ਸੰਤ ਜੀ ਨੇ ਆਪ ਛਿੱਲ ਕੇ ਮਾਤਾ ਜੀ ਨੂੰ ਖਵਾਈ ਤੇ ਪਿੰਡ ਦਾ ਹਾਲ ਚਾਲ ਪੁੱਛਿਆ ਅਤੇ ਮਾਈ ਭਾਗਵੰਤੀ ਜੀ ਪਾਸ ਟਿਕਾ ਦਿੱਤਾ। ਦੋਵੇਂ ਵਕਤ ਦੀਵਾਨ ਸਜਦੇ। ਥੋੜ੍ਹੇ ਦਿਨ ਪਿੱਛੋਂ ਹੀ ਮਾਤਾ ਜੀ ਨੇ ਵਾਪਸ ਪਿੰਡ ਜਾਣ ਲਈ ਕਿਹਾ ਤੇ ਸੰਤ ਜੀ ਨੇ ਪ੍ਰੇਮ ਨਾਲ ਸਮਝਾਇਆ ਕਿ ਹੁਣ ਚੂਹੇ ਦੀ ਖੁੱਡ ਵਿੱਚ ਵੜਨਾ ਹੈ, ਸੱਚੇ ਦੇਸ਼ ਜਾਣ ਦੀ ਤਿਆਰੀ ਕਰੋ। ਮਾਤਾ ਜੀ ਨੇ ਕਿਹਾ ਕਿ 7 ਬਚਨ। ਅਤੇ ਫਿਰ ਮਾਤਾ ਜੀ ਡੇਰਾ ਖਾਲਸਾ ਵਿੱਚ 7 ਸਾਲ ਰਹੇ। ਜਦ ਜੀ ਕਰਦਾ ਰਾਵਲਪਿੰਡੀ, ਕੱਲਰ, ਕਨਿਓਹਾ ਸੰਗਤਾਂ ਦਾ ਪ੍ਰੇਮ ਪੂਰਾ ਕਰਨ ਲਈ ਚਲੇ ਜਾਂਦੇ। ਕਦੀ ਕਦੀ ਸ਼੍ਰੀ ਅੰਮ੍ਰਿਤਸਰ ਆ ਦਰਸ਼ਨ ਕਰਦੇ ਤੇ ਭਾਈ ਗੁਲਾਬ ਸਿੰਘ ਦੇ ਬੁੰਗੇ, ਤਰਨ ਤਾਰਨ ਸਾਹਿਬ ਮਾਈ ਰਾਮ ਕੌਰ ਦੇ ਬੁੰਗੇ ਆ ਵਿਰਾਜਦੇ। 2 ਸਾਲ ਪਿੱਛੋਂ ਜੈ ਸਿੰਘ ਮਾਤਾ ਜੀ ਨੂੰ ਡੇਰੇ ਖਾਲਸੇ ਲੈਣ ਲਈ ਆਇਆ ਤਾਂ ਮਾਤਾ ਜੀ ਨੇ ਜਾਣ ਤੋਂ ਨਾਂਹ ਕਰ ਦਿੱਤੀ। ਉਹ 8 ਦਿਨ ਰਹਿ ਕੇ ਘਰ ਵਾਪਸ ਮੁੜ ਗਿਆ। ਸੰਤ ਜੀ ਮਾਤਾ ਜੀ ਦੇ ਆਉਣ ਪਿੱਛੋਂ ਡੇਰੇ ਖਾਲਸੇ 1 ਮਹੀਨਾ ਰਹੇ। ਇੱਕ ਦਿਨ ਗਿਆਨੀ ਸੁੰਦਰ ਸਿੰਘ ਨੇ ਵੇਖਿਆ, ਜੋ ਸੰਤ ਜੀ ਦੇ ਪਲੰਘ ਦੇ ਕੋਲ ਹੀ ਸੁੱਤੇ ਪਏ ਸਨ, ਕਿ ਇੱਕ ਭਾਰੀ ਡੀਲ ਡੋਲ ਵਾਲਾ ਸ਼ਸਤਰਧਾਰੀ ਸੂਰਵਰ ਸਿੰਘ ਨੀਲੇ ਬਸਤਰ ਸਜਾਈ ਸੰਤ ਜੀ ਦੇ ਦੁਆਲੇ ਪਹਿਰਾ ਦੇ ਰਿਹਾ ਹੈ। ਜਦੋਂ ਸੰਤ ਜੀ ਜਾਗੇ ਤਾਂ ਗਿਆਨੀ ਜੀ ਨੇ ਪੁੱਛਿਆ, ਮੈਂ ਇਸ ਤਰ੍ਹਾਂ ਦਾ ਚਮਤਕਾਰ ਵੇਖਿਆ, ਠੀਕ ਹੈ, ਇਸ ਦਾ ਕੀ ਕਾਰਨ ਹੈ? ਸੰਤ ਮਹਾਰਾਜ ਨੇ ਫਰਮਾਇਆ ਕਿ ਭਾਈ ਸੁੰਦਰ ਸਿੰਘ ਜੀ, ਸਭ ਨਾਮੀ ਮਹਾਂਪੁਰਖਾਂ ਦੇ ਨਾਲ ਜਿਨ੍ਹਾਂ ਨੇ ਮੇਰੀ ਤਿਆਗ ਦਿੱਤੀ ਹੋਵੇ ਅਰਸੀ ਪਹਿਰਾ ਦਿੰਦੇ ਹਨ। ਗਿਆਨੀ ਜੀ ਨੇ ਪੁੱਛਿਆ ਕਿ ਇਹ ਪਹਿਰਾ ਰੱਖਿਆ ਕਰਦਾ ਹੈ? ਸੰਤ ਜੀ ਨੇ ਉੱਤਰ ਦਿੱਤਾ, ਹਾਂ ਰੱਖਿਆ ਤਾਂ ਕਰਦਾ ਹੀ ਹੈ, ਪਰ ਜੇ ਕੋਈ ਉਪਦੇਸ਼ ਹੋਰ ਕਰੇ ਅਤੇ ਕਮਾਈ ਹੋਰ ਕਰੇ ਤਾਂ ਤਾੜਨਾ ਵੀ ਹੁੰਦੀ ਹੈ। ਇੱਥੋਂ ਸੰਤ ਜੀ ਰਾਵਲਪਿੰਡੀ ਆ ਗਏ। ਸਿੰਘ ਸਭਾ ਵਿੱਚ ਦੋਵੇਂ ਵਕਤ ਭਾਰੀ ਸਤਸੰਗ ਹੁੰਦਾ। ਉੱਥੇ ਵੀ ਇੱਕ ਸਮੇਂ ਗਿਆਨੀ ਸੁੰਦਰ ਸਿੰਘ ਜੀ ਉਸੇ ਤਰ੍ਹਾਂ ਸ਼ਸਤਰਧਾਰੀ ਨਿਹੰਗ ਸਿੰਘ ਨੂੰ ਪਹਿਰਾ ਦਿੰਦੇ ਹੋਏ ਵੇਖਿਆ। ਮਾਤਾ ਜੀ ਨੂੰ ਨਾਮ ਸਿਮਰਨ ਵਿੱਚ ਲਗਾ ਕੇ ਅਤੇ ਮੋਹ ਫਾਸ ਤੋਂ ਨਿਕਲਣ ਦੀ ਜੁਗਤ ਦੱਸ ਕੇ ਸੰਤ ਜੀ ਪ੍ਰਚਾਰ ਹਿੱਤ ਮਨਕਿਆਲੇ ਸਟੇਸ਼ਨ ਤੋਂ ਸਿੱਧਾ ਹਰਿਦੁਆਰ ਅਰਧ ਕੁੰਭੀ ਸਮੇਂ ਆਏ ਤੇ ਕਨਖਲ ਬਿਰਕਤ ਕੁਟੀਆ ਵਿੱਚ ਆਸਨ ਕੀਤਾ। ਪੰਡਤ ਈਸਰ ਸਿੰਘ ਜੀ ਬਿਰਕਤ ਇੰਨੀ ਦਿਨੀ ਇੱਥੇ ਬਿਰਾਜਮਾਨ ਸਨ। ਦੋਵੇਂ ਵਕਤ ਦੀਵਾਨ ਲੱਗਦਾ। ਪੰਡਿਤ ਜੀ ਤੇ ਹੋਰ ਸਾਧੂ ਸੰਤ ਵਿਦਿਆਰਥੀ ਆਨੰਦ ਮਾਣਦੇ। ਸੰਤ ਜੀ ਰਾਗ ਵਿੱਚ ਕੀਰਤਨ ਕਰਦੇ। ਉੱਚੀ ਸੁਰ, ਸੁਰੀਲਾ ਗਲਾ ਤੇ ਪੂਰਨ ਵਿਰਾਗ ਵਿੱਚ ਸ਼ਬਦ ਪੜ੍ਹਦੇ। ਆਤਮ ਰਸ ਦਾ ਸਭ ਨੂੰ ਹੁਲਾਰਾ ਮਿਲਦਾ ਤੇ ਸਭ ਸੰਗਤ ਰਾਮ ਨਾਮ ਰਸ, ਪ੍ਰੇਮ ਰਸ ਵਿੱਚ ਮਸਤ ਹੁੰਦੀ। ਪੰਡਿਤ ਜੀ ਸੰਤ ਜੀ ਦਾ ਬਹੁਤ ਸਤਿਕਾਰ ਕਰਦੇ ਤੇ ਆਪਣੇ ਨਾਲ ਅਸਰ ਪਰ ਬਿਠਾਉਂਦੇ ਤੇ ਪੂਰਨ ਉੱਚ ਕੋਟੀ ਦੇ ਮਹਾਂਪੁਰਖਾਂ ਵਾਂਗ ਇਹਨਾਂ ਨਾਲ ਵਰਤਦੇ। ਕਈ ਚੇਲੇ ਇਹਨਾਂ ਨਾਲ ਇੱਕਾ ਵੀ ਕਰਦੇ। ਪੰਡਿਤ ਜੀ ਆਪ ਪੂਰਨ ਮਹਾਂਪੁਰਖਾਂ ਅਤੇ ਤਤਵੇਤਾ ਸਨ। ਇਹਨਾਂ ਨੇ ਸਾਧੂ ਨੂੰ ਸਮਝਾਇਆ ਕਿ ਸੰਤ ਅਵਤਾਰ ਹਨ, ਇਹਨਾਂ ਦਾ ਪ੍ਰਤਾਪ ਬਹੁਤ ਵਧੇਗਾ ਅਤੇ ਜਸ ਸਾਰੀ ਪ੍ਰਿਥਵੀ ਪਰ ਚੱਲੇਗਾ। ਇਸ ਤਰ੍ਹਾਂ ਸੱਚਮੁੱਚ ਹੀ ਸਾਰੀ ਸਾਧ ਮੰਡਲੀ ਨੂੰ ਆਪ ਜੀ ਨੇ ਗੁਰਬਾਣੀ ਤੇ ਸ਼ਬਦ ਨਾਲ ਨਿਭਾਇਆ ਤੇ ਗੁਰੂ ਨਾਨਕ ਦੇ ਚਰਨੀ ਲੱਗਣ ਲਈ ਪ੍ਰੇਰਿਆ। ਇੱਥੋਂ ਹੁਸ਼ਿਆਰਪੁਰ ਆਏ ਤੇ ਜੱਥੇ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਲਈ ਚੱਲ ਪਏ। ਸਾਰੇ ਸਾਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੌਤਕ ਹਿਰਦੇ ਵਿੱਚ ਵਸਾ ਕੇ ਵਾਹਿਗੁਰੂ 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 ਕਰਦੇ ਟੁਰੇ ਆਉਣ ਲਈ ਕਿਹਾ। ਇਸੇ ਰੰਗ ਵਿੱਚ ਸਭ ਸਾਥੀ ਨੇੜੇ ਆ ਪੁੱਜਦੇ। ਇੱਥੋਂ ਲੋਹਗੜ੍ਹ ਦੇ ਅਸਥਾਨ ਤੋਂ ਹੁੰਦਿਆਂ ਛੋਟੇ ਨਾਲੇ ਦੇ ਪਾਰ ਬਾਗ ਵਿੱਚ
ਆਏ ਤੇ ਅੱਗੋਂ ਸ਼੍ਰੀ ਦਮਦਮਾ ਸਾਹਿਬ ਆ ਪੁੱਜੇ, ਜਿੱਥੇ ਬੈਠ ਕੇ ਗੁਰੂ ਕਲਗੀਧਰ ਜੀ ਆਇਆਂ ਸੰਗਤਾਂ ਪਾਸੋਂ ਕਾਰ ਭੇਟ ਲੈਂਦੇ ਅਤੇ ਜਿੱਥੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਬਾਬਾ ਅਜੀਤ ਸਿੰਘ ਜੀ ਨੇ ਤੁਰਕੀ ਫੌਜਾਂ ਦਾ ਮੂੰਹ ਮੋੜਿਆ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਇੱਥੇ ਜੱਥੇ ਨੂੰ ਕਮਰ ਕੱਸਾ ਖੋਲ੍ਹਣ ਦਾ ਹੁਕਮ ਦਿੱਤਾ। ਸੰਗਤ ਨੇ 5 ਇਸ਼ਨਾਨੇ ਕਰਕੇ ਸ਼੍ਰੀ ਦਮਦਮਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੀਵਾਨ ਸਥਾਨ ਤੇ ਦਰਸ਼ਨ ਕੀਤੇ, ਜਿੱਥੇ 9ਵੇਂ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਧਰਮ ਹਿਤ ਬਲਿਦਾਨ ਦਾ ਸੰਕਲਪ ਕੀਤਾ। ਇੱਥੇ 9 ਸਾਲ ਦੇ ਬਾਲਕ ਅਵਤਾਰ ਨੇ ਹੱਥ ਜੋੜ ਕੇ ਆਪਣੇ ਪੂਰਨ ਮਹਾਂਪੁਰਖ ਪਿਤਾ ਜੀ ਅੱਗੇ ਅਨੋਖੀ ਜੋਦੜੀ ਕੀਤੀ ਕਿ ਪੂਜਿਆ ਪਿਤਾ ਜੀ, ਜੋ ਧਰਮ ਦੀ ਖਾਤਰ ਇਸ ਵੇਲੇ ਕਿਸੇ ਮਹਾਂਪੁਰਖ ਦੇ ਬਲੀ ਦੇਣ ਦੀ ਲੋੜ ਹੈ, ਤਦ ਆਪ ਤੋਂ ਉੱਚ ਮਹਾਂਪੁਰਖ ਇਸ ਵੇਲੇ ਹੋਰ ਕੋਈ ਨਹੀਂ ਹੈ। ਇੱਥੋਂ ਸਾਰੀ ਸੰਗਤ ਮਹਿਲਾਂ ਵਿੱਚ ਦਰਸ਼ਨ ਲਈ ਗਈ, ਜਿੱਥੇ 3 ਸਾਹਿਬਜ਼ਾਦਿਆਂ ਨੇ ਜਨਮ ਲਿਆ ਸੀ। ਇੱਥੋਂ ਸੰਗਤ ਸ਼ਹਿਰ ਵਿੱਚੋਂ ਹੁੰਦੀ ਹੋਈ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦਗੰਜ ਪੁੱਜੀ। ਸੋਦਰ ਦਾ ਦੀਵਾਨ ਸਜਿਆ, ਸੰਤ ਜੀ ਦਾ ਨੂਰਾਨੀ ਚਿਹਰਾ ਤੇ ਉੱਚੀ ਸੁਰ ਵਿੱਚ ਸ਼ਬਦ ਦੀ ਘਨਘੋਰ ਦੀ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਤੇ ਭਾਰੀ ਇਕੱਠ ਹੋਇਆ। ਲੰਗਰ ਛਕ ਕੇ ਸਾਰੀ ਸੰਗਤ ਵਿਰਾਜ ਗਈ। ਸਵੇਰੇ ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਸੰਤ ਜੀ ਜੱਥੇ ਸਮੇਤ ਕੇਸਗੜ੍ਹ ਸਾਹਿਬ ਆ ਨਮਸਕਾਰ ਕੀਤੀ। ਸੇਵਾਦਾਰਾਂ ਨੇ ਸੱਚੇ ਪਾਤਸ਼ਾਹ ਦੀ ਸੇਠ ਭੇਟ ਲੈਣ ਤੇ ਅੰਮ੍ਰਿਤ ਛਕਾਉਣ ਪਰ ਆਪ ਨਿਮਰਤਾ ਨਾਲ 5 ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਦੀ ਸਾਰੀ ਸਾਖੀ ਸੁਣਾਈ। ਇੱਥੋਂ ਆਪ ਜੱਥੇ ਸਮੇਤ ਸ਼ਹੀਦੀ ਬਾਗ ਦੇ ਦਰਸ਼ਨ ਕਰਨ ਆਨੰਦਗੜ੍ਹ ਸਾਹਿਬ ਦੇ ਦੀਦਾਰ ਲਈ ਪੁੱਜੇ, ਜਿੱਥੇ ਸਤਿਗੁਰੂ ਜੀ ਨੇ ਘੇਰੇ ਪਏ ਹੋਏ ਸਮੇਂ ਨਾਲ ਘਬਰਾਏ ਹੋਏ ਖਾਲਸਾ ਜੀ ਨੂੰ ਪਹਿਲੋਂ 7 ਦਿਨ ਫਿਰ 4 ਦਿਨ ਠਹਿਰਨ ਲਈ ਹੁਕਮ ਦਿੱਤਾ ਸੀ, ਪਰ ਜਾਗੇ ਹੋਏ ਘਰਾਂ ਦੇ ਮੋਹ ਤੇ ਭੁੱਖੇ ਹੱਥੋਂ ਦੁਖੀ ਹੋਏ ਸਿੰਘਾਂ ਨੇ ਤੀਸਰਾ ਵਚਨ 4 ਪਹਿਰ ਹੀ ਹੋਰ ਕੱਟਣੇ ਮੰਨਣ ਤੋਂ ਨਾ ਕਰ ਦਿੱਤੀ ਤੇ ਬਿਦਾਬਾ ਲਿਖ ਕੇ ਚਲੇ ਗਏ ਸਨ। ਇੱਥੋਂ ਕਿਲਾ ਛੱਡਣ, ਕਈਆਂ ਦਾ ਸਰਸਾ ਨਦੀ ਦੀ ਭੇਟ ਹੋਣਾ, ਛੋਟੇ ਸਾਹਿਬਜ਼ਾਦਾ ਤੇ ਮਾਤਾ ਗੁਰੂ ਜੀ ਦਾ ਗੰਗੂ ਬ੍ਰਾਹਮਣ ਰਾਹੀਂ ਸ਼ਹੀਦੀ ਪਾ ਜਾਣਾ ਤੇ ਗੁਰੂ ਜੀ ਦਾ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨਾਲ ਆ ਘਿਰਨਾ ਤੇ ਸ਼ਹੀਦੀਆਂ ਪਾਣੀਆਂ ਤੇ 50 ਸਿੰਘਾਂ ਦਾ ਹੁਕਮ ਮੰਨ ਕੇ ਗੜੀ ਦਾ ਤਾੜੀ ਮਾਰ ਕੇ ਛੱਡਣਾ ਆਦਿਕ ਦੀ ਸਾਰੀ ਸਾਖੀ ਪ੍ਰੇਮ ਨਾਲ ਸੁਣੀ। ਸਭ ਨੇ ਸਾਰੇ ਦ੍ਰਿਸ਼ ਸ਼ਰਧਾ ਤੇ ਸਤਿਕਾਰ ਨਾਲ ਹਿਰਦੇ ਵਿੱਚ ਵਸਾ ਕੇ ਧੰਨ ਕਲਗੀ ਵਾਲਾ, ਧੰਨ ਤੇਰੀ ਕਮਾਈ ਦੇ ਬਚਨ ਅਲਾਏ। ਅੰਤਰ ਆਤਮੇ ਸਭ ਨੇ ਗੁਰੂ ਜੀ ਦੇ ਬੇਅੰਤ ਚੋਜ਼ ਹਿਰਦੇ ਵਿੱਚ ਵਸਾਏ। ਇਸ ਤਰ੍ਹਾਂ ਸਭ ਥਾਵਾਂ ਦੇ ਦਰਸ਼ਨ ਕਰਕੇ ਆਪਣੇ ਆਸਨ ਤੇ ਆ ਗਏ ਤੇ ਪ੍ਰਸ਼ਾਦ ਛਕ ਕੇ ਬਿਰਾਜ ਗਏ। ਸ਼ਾਮ ਦੇ ਦੀਵਾਨ ਵਿੱਚ ਸੰਤ ਜੀ ਦੇ ਕੀਰਤਨ ਸਮੇਂ ਇਤਨੀ ਭਾਰੀ ਭੀੜ ਸੀ, ਕੋਈ ਬਿਰਲਾ ਹੀ ਮਾਈ ਭਾਈ ਸ਼ਹਿਰ ਵਿੱਚੋਂ ਨਾ ਹਾਜ਼ਰ ਹੋ ਸਕਿਆ ਹੋਵੇ। ਇਸ ਸਮੇਂ ਸੰਤ ਜੀ ਦੀ ਅਵਸਥਾ ਭਰ ਜਵਾਨੀ ਦੀ ਸੀ, ਦਾੜਾ ਸਜੀਲਾ ਤੇ ਕਾਲਾ ਚਿਹਰਾ, ਨੂਰਾਨੀ ਅਤੇ ਨੇਤਰਾਂ ਵਿੱਚ ਪਾਰ ਸ਼ਕਤੀ ਸੀ। ਇਸ ਦੀਵਾਨ ਵਿੱਚ ਸੰਤ ਜੀਵਾ ਸਿੰਘ ਨਨਕਾਣਾ ਸਾਹਿਬ ਵਾਲੇ, ਜਿਨ੍ਹਾਂ ਦੀ ਅਵਸਥਾ 24 ਸਾਲ ਦੀ ਸੀ, ਹਾਜ਼ਰ ਸਨ। ਆਪ ਇਲਾਹੀ ਕੀਰਤਨ ਸੁਣ ਕੇ ਮੋਹੇ ਗਏ। ਕੋਈ ਅਕਹਿ ਰਸ ਆਇਆ ਤੇ ਭੋਜਨ ਗੋਪਾਲ ਕੀਰਤਨ ਦਾ ਜਿਉਂਦਾ ਜਾਗਦਾ ਨਕਸ਼ਾ ਪ੍ਰਤੱਖ ਹੋ ਗਿਆ। ਵੱਖਰੇ ਹੋ ਕੇ ਦਰਸ਼ਨ ਤੇ ਬਚਨ ਵਿਲਾਸ ਕਰਨ ਦੀ ਇੱਛਾ ਹੋਈ, ਪਰ ਕਾਰਨ ਨਾ ਬਣਿਆ। ਸੰਤ ਜੀ ਜੱਥੇ ਸਮੇਤ ਸੰਗਤਾਂ ਨੂੰ ਉਤਾਰਦੇ ਕੀਰਤਪੁਰ ਦੇ ਰਸਤੇ ਲੇਦੀ ਮਾਜਰੇ ਆ ਪੁੱਜੇ। ਇੱਥੇ ਭਾਈ ਜੀਵਾ ਸਿੰਘ ਜੀ ਨੇ ਦਰਸ਼ਨ ਕੀਤਾ। ਸੰਤ ਜੀ ਨੇ ਕੇਸਾ ਸਮੇਤ ਸਤਲੁਜ ਵਿੱਚ ਇਸ਼ਨਾਨ ਕੀਤਾ ਤੇ ਸੰਤ ਜੀਵਾ ਜੀ ਨੂੰ ਪੁੱਛਿਆ ਕਿ ਤੁਸੀਂ ਸਤਲੁਜ ਵਿੱਚ ਇਸ਼ਨਾਨ ਕਦੀ ਕੀਤਾ ਹੈ? ਨਹੀਂ ਮਹਾਰਾਜ। ਭਾਈ ਇਸ ਦਰਿਆ ਵਿੱਚ ਕਲਗੀਧਰ ਜੀ ਪਾਤਸ਼ਾਹ ਤਾਰੀਆਂ ਲਾਉਂਦੇ ਰਹੇ, ਇਸ਼ਨਾਨ ਕਰਕੇ ਗੁਰੂ ਜੀ ਦੀ ਯਾਦ ਵਧਾ। ਸੰਤ ਜੀਵਾ ਸਿੰਘ ਜੀ ਨੇ ਵੀ ਕੇਸੀ ਇਸ਼ਨਾਨ ਕੀਤਾ। ਸੰਤ ਜੀ ਇੱਕ ਦਰਖਤ ਹੇਠ ਬੈਠ ਗਏ ਤੇ ਕੇਸ ਹਰੇ ਕਰਨ ਲੱਗ ਪਏ ਤੇ ਭਾਈ ਜੀਵਾ ਸਿੰਘ ਜੀ ਨੂੰ ਕਿਹਾ, ਕਿਉਂ ਪ੍ਰੇਮੀਆਂ, ਕੋਈ ਦਿਸਦਾ ਹੀ? ਕਲਗੀਆਂ ਵਾਲਾ ਬੇੜਾ ਭਰ ਕੇ ਲਈ ਜਾਂਦਾ ਹੈ, ਵੇਖ ਸਾਹਮਣੇ ਕਰ ਦਰਸ਼ਨ। ਭਾਈ ਜੀਵਾ ਸਿੰਘ ਨੇ ਦੂਰ ਪਰਵਰ ਬਲੇ ਪਰ ਚੁੱਪ ਰਿਹਾ। ਮਿੰਟ ਕੁ ਪਿੱਛੋਂ ਸੰਤ ਜੀ ਨੇ ਫੇਰ ਫਰਮਾਇਆ, ਭਾਈ ਪ੍ਰੇਮੀਆਂ, ਉਹ ਕਲਗੀਆਂ ਵਾਲਾ ਬੇੜਾ ਭਰ ਕੇ ਲਈ ਜਾਂਦਾ ਹੈ, ਕਰ ਦਰਸ਼ਨ। ਤਾਂ ਭਾਈ ਸਾਹਿਬ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, ਮਹਾਰਾਜ ਜੀ, ਦਾਸ ਦੀ ਤਾਂ ਜੀਵ ਦ੍ਰਿਸ਼ਟੀ ਹੈ, ਕੀ ਵੇਖ ਸਕਦਾ? ਆਪ ਸਾਖਸ਼ਾਤ ਬ੍ਰਹਮ ਸ਼ਿਵ ਰਸੋ। ਡਲਿਓਂ ਤੱਕ ਕਰੀਰ ਤੋਂ ਚਮਕਦੀ ਰੇਤ ਹੀ ਦਿਸੀ ਸੀ, ਉਹ ਅੰਬ ਅਨਾਰ ਤੇ ਨਹਿਰਾਂ ਨਹੀਂ ਸੀ ਵੇਖ ਸਕਿਆ। ਕਿਰਪਾ ਕਰਕੇ ਮੇਰੀ ਦ੍ਰਿਸ਼ਟੀ ਵੀ ਖੋਲੋ ਤਾਂ ਮੈਨੂੰ ਵੀ ਕਲਗੀਆਂ ਵਾਲੇ ਜੀ ਦਾ ਬੇੜਾ ਦਿਸੇ। ਇਹ ਬੇਨਤੀ ਸੁਣ ਕੇ ਸੰਤ ਜੀ ਬਹੁਤ ਪ੍ਰਸੰਨ ਹੋਏ ਤੇ ਹੁਕਮ ਕੀਤਾ, ਭਾਈ ਕੋਈ ਗੱਲ ਨਹੀਂ, ਹੌਸਲਾ ਰੱਖ, ਭਜਨ ਕਰੀ ਜਾ, ਤੇਰੀ ਦ੍ਰਿਸ਼ਟੀ ਵੀ ਖੁੱਲੇਗੀ। ਸੰਤ ਜੀ ਦਾ ਇਹ ਬਚਨ ਕਰਨਾ ਹੀ ਸੀ ਕਿ ਭਾਈ ਜੀਵਾ ਸਿੰਘ ਜੀ ਨੂੰ ਦੂਰੋਂ ਪਾਰਲੇ ਪਾਸੇ ਇੱਕ ਬੇੜੀ ਨਜ਼ਰ ਆਈ ਤੇ ਕੰਨੀ ਆਵਾਜ਼ ਆਈ, ਹੀਰਾ ਜਨਮ ਨਹੀਂ ਤੈਨੂੰ ਥਿਆਉਣਾ, ਤੂੰ ਕਰ ਲੈ ਬੇਨਤੀਆਂ। ਸੰਤ ਜੀ ਜੱਥੇ ਸਮੇਤ ਪਿੰਡ ਵੱਲ ਟੁਰ ਪਏ। 100 ਕੁ ਕਦਮ ਜਾ ਕੇ ਖੜੇ ਹੋ ਕੇ ਆਖਿਆ, ਪ੍ਰੇਮੀਓ, ਹੀਰਾ ਜਨਮ ਨਹੀਂ ਜੇ ਥਿਆਉਣਾ, ਕਰ ਲਓ ਬੇਨਤੀਆਂ। ਵੇਖਿਓ ਜੇ ਕਿਤੇ ਕੜਾਹ ਪ੍ਰਸ਼ਾਦ ਖੀਰ ਤੇ ਪਦਾਰਥਾਂ ਵਿੱਚ ਹੀ ਨਾ ਅਟਕ ਜਾਓ, ਨਾਮ ਸਿਮਰਨ ਨੂੰ ਮੁੱਖ ਰੱਖ ਕੇ ਸੇਵਾ ਕਰ ਲਓ ਤਾਂ ਮੋਲਕ ਜਨਮ ਸਫਲਾ ਹੋ ਜਾਵੇਗਾ। 50 ਕੁ ਕਦਮ ਟੁਰ ਕੇ ਫਿਰ ਖਲੋ ਗਏ ਅਤੇ ਉੱਪਰਲੇ ਬਚਨਾਂ ਨੂੰ ਫੇਰ ਦੁਹਰਾਇਆ, ਮਾਨੋ ਕਿ ਬਾਰ-ਬਾਰ ਸੱਟ ਮਾਰਦੇ ਸਨ ਕਿ ਕਿਸੇ ਹਿਰਦੇ ਵਿੱਚ ਤਾਂ ਲੱਗ ਜਾਵੇ। ਦੀਵਾਨ ਸਜ ਗਿਆ, ਕੀਰਤਨ ਹੁੰਦਾ ਰਿਹਾ। ਸੰਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਸੁਣੀ ਗਏ, ਪਰ ਜਦੋਂ ਆਪ ਜੀ ਨੇ ਸ਼ਬਦ ਪੜ੍ਹਾਏ ਤਾਂ ਆਪ ਜੀ ਦੀ ਰਸਨਾ ਪਰ ਐਸਾ ਅੰਮ੍ਰਿਤ ਬਰਸਦਾ ਸੀ ਜੋ ਸਭ ਦੇ ਹਿਰਦਿਆਂ ਨੂੰ ਨਾਮ ਰਸ ਅਤੇ ਪ੍ਰੇਮ ਰਸ ਦੀ ਰੰਗਣ ਵਿੱਚ ਰੰਗੀ ਜਾਂਦਾ ਸੀ। ਪ੍ਰਸ਼ਾਦ ਸਮੇਂ ਸੰਤ ਜੀ ਨੇ ਭਾਈ ਜੀਵਾ ਸਿੰਘ ਨੂੰ ਯਾਦ ਕੀਤਾ ਕਿ ਆਓ ਸਿੰਘੋ ਜੀ ਪ੍ਰਸ਼ਾਦ ਛਕੀਏ। ਭਾਈ ਸਾਹਿਬ ਜੀ ਨੇ ਅਰਜ਼ ਕੀਤੀ ਕਿ ਦਾਸ ਆਪਣੇ ਹੱਥੀਂ ਪ੍ਰਸ਼ਾਦ ਬਣਾ ਕੇ ਛਕਦਾ ਹੈ।
ਸੰਤ ਜੀ ਨੇ ਹੁਕਮ ਕੀਤਾ ਕਿ ਪ੍ਰੇਮੀ ਨੂੰ ਰਸਤ ਦੇ ਦਿਓ, ਬਲਕਿ ਪਹਿਲਾਂ ਹੀ ਪਤਾ ਕਰ ਲੈਣਾ ਸੀ। ਸਵੇਰ ਦੇ ਦੀਵਾਨ ਦੀ ਸਮਾਪਤੀ ਵਿੱਚੋਂ ਭਾਈ ਜੀਵਾ ਸਿੰਘ ਜੀ ਨੇ ਮਿਹਾਸਰ ਜਾਣ ਦੀ ਆਗਿਆ ਮੰਗੀ। ਸੰਤ ਜੀ ਨੇ ਬੜੇ ਪ੍ਰੇਮ ਨਾਲ ਆਗਿਆ ਬਖਸ਼ੀ ਤੇ 7 ਗਜ ਖੱਦਰ ਆਪਣੇ ਹੱਥੀ ਦਿੱਤਾ ਕਿ ਆਹ ਲੈ ਕਛਹਿਰੇ ਸਲਵਾ ਲਈਂ। ਭਾਈ ਜੀ ਬਹੁਤ ਪ੍ਰਸੰਨ ਹੋਏ ਅਤੇ ਪ੍ਰੇਮ ਦੀ ਖਾਸ ਰੰਗਨ ਵਿੱਚ ਰੰਗੇ ਹੋਏ ਮਹਿਸੂਸ ਕੀਤਾ। ਆਪ ਐਸੇ ਰੰਗਨ ਵਿੱਚ ਰੰਗੇ ਗਏ ਤੇ ਅਨੇਕਾਂ ਜੀਵਾਂ ਦਾ ਉਦਾਰ ਕਰਕੇ ਆਸਾ ਮਨਸਾ ਦੇ ਜਾਲ ਤੋਂ ਛੁੱਟ ਕੇ ਭਵਸਾਗਰ ਤੋਂ ਪਾਰ ਹੋ ਗਏ। ਸੰਤ ਜੀ ਪ੍ਰਚਾਰ ਕਰਦੇ ਹੋਏ ਕਰਤਾਰਪੁਰ ਸਾਹਿਬ ਆ ਕੇ ਆਦਿ ਬੀੜ ਦੇ ਦਰਸ਼ਨ ਕੀਤੇ। ਸ਼੍ਰੀ ਅੰਮ੍ਰਿਤਸਰ ਦੇ ਰਸਤੇ ਡੇਰਾ ਖਾਲਸਾ ਗਏ। ਉੱਥੇ ਥੋੜ੍ਹੇ ਦਿਨ ਆਰਾਮ ਕਰਕੇ ਦੂਜੀ ਵਾਰੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਪਰ ਆਏ। ਇੱਥੋਂ ਪਿੰਡ ਵਿੱਚ ਪ੍ਰਚਾਰ ਕਰਕੇ ਦਮਦਮੇ ਸਾਹਿਬ ਪਹੁੰਚੇ। ਇੱਥੋਂ ਤੱਕ ਚੱਕ ਮਹੰਤ ਬਰਿਆਮ ਸਿੰਘ ਜੀ ਪਾਸ ਰਹਿ ਕੇ ਚੀਮੇ ਆਏ। ਇੱਥੇ ਬਾਲ ਸਿਖਾਈ ਮਿੱਤਰ ਸੰਤ ਭਾਨ ਪ੍ਰਕਾਸ਼ ਨੂੰ ਚੌਧਰੀ ਹਰਨਾਮ ਸਿੰਘ ਜੀ ਦੇ ਬੁਰਜ ਵਿੱਚ ਬਿਠਾ ਕੇ ਹੁਕਮ ਕੀਤਾ ਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਸਨ। ਇਹ ਨਾਨਕਸਰ ਤੀਰਥ ਬਣੇਗਾ, ਬੜੇ ਭਾਗ ਲੱਗਣਗੇ, ਇੱਥੋਂ ਨਹੀਂ ਹਿੱਲਣਾ। ਚੀਮੇ ਤੋਂ ਕੱਟੂ ਆ ਕੇ ਬਾਹਰ ਦੇ ਗੁਰਦੁਆਰੇ ਵਿੱਚ ਕਮੀਨਾ ਪ੍ਰਚਾਰ ਕਰਦੇ ਰਹੇ। ਇਸ ਵੇਲੇ ਆਪ ਜੀ ਦੀ ਕੀਰਤਨੀ ਤੇ ਮਹਾਨ ਪ੍ਰਚਾਰ ਜੱਥੇ ਵਿੱਚ 25 ਸਿੰਘ ਸਨ। ਨੇੜੇ ਨਗਰਾਂ ਦੀ ਸੰਗਤ ਆਉਣ ਲੱਗ ਪਈ। ਇਸ ਤਰ੍ਹਾਂ ਕਾਂਝਲੇ ਤੋਂ 100 ਸੁਣ ਕੇ ਸੰਤ ਬਿਸ਼ਨ ਸਿੰਘ ਜੀ ਆਪਣੇ ਸੇਵਕਾਂ ਸਮੇਤ ਦਰਸ਼ਨ ਲਈ ਆਏ। ਕੀਰਤਨ ਦੇ ਭੋਗ ਪਿੱਛੋਂ ਆਪ ਨੇ ਆਪਣੇ ਜੱਥੇ ਦੇ ਪੋਠੋਹਾਰੀ ਸਿੰਘਾਂ ਨੂੰ ਦੱਸਿਆ ਕਿ ਗੁਰਮੁਖੋ ਸਾਨੂੰ ਇਸ ਜੱਥੇ ਨਾਲ ਬਹੁਤ ਸੇਵਾ ਕਰਨੀ ਹੈ। ਇੱਥੋਂ ਹੀ ਆਪ ਬਾਲੀਆਂ ਦੇ ਰਸਤੇ ਕਾਂਝਲੇ ਆਏ ਤੇ ਕੁਝ ਚਿਰ ਬਰਾਜੇ। ਇੱਥੇ ਹੀ ਆਪ ਮਸਤੋਆਣਾ ਸਾਹਿਬ ਝਿੜੇ ਵਿੱਚ ਗਏ। ਧੰਨ ਧੰਨ ਉਹ ਧਰਤੀ ਮਸਤੋਆਣਾ ਸਾਹਿਬ ਦੀ, ਜਿੱਥੇ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਵਰਗੇ ਸੰਤਾਂ ਨੇ ਆਪਣੇ ਪੈਰ ਛੋਹ ਦਿੱਤੀ।